Good morning, dear students. Myself, Parjinder Kaur, Vocational Mistress, Sarkari Senior Secondary School, Ratol. ਇੰਪੋਰਟ ਐਂਡ ਐਕਸਪੋਰਟ ਮੈਨੇਜਮੈਂਟ ਟ੍ਰੇਡ ਦਾ ਐਕਸਪੋਰਟ ਮੈਨੇਜਮੈਂਟ ਸਬਜੈਕਟ ਅਸੀਂ ਸਟੱਡੀ ਕਰ ਰਹੇ ਹਾਂ। ਕੁਝ ਟੌਪਿਕ ਅਸੀਂ ਕਵਰ ਕਰ ਚੁੱਕੇ ਹਾਂ ਅਤੇ ਸਿਲੇਬਸ ਨੂੰ ਅੱਗੇ ਵਧਾਉਂਦੇ ਹੋਏ ਅੱਜ ਜਿਹੜਾ ਅਸੀਂ ਟੌਪਿਕ ਪੜ੍ਹਨਾ ਹੈਗਾ ਹੈ ਉਸ ਦਾ ਨਾਮ ਹੈਗਾ ਹੈ ਸੈਟਿੰਗ ਅਪ ਐਨ ਐਪਰੋਪਰੀਏਟ ਬਿਜ਼ਨਸ ਆਰਗੇਨਾਈਜੇਸ਼ਨ। ਐਕਸਪੋਰਟ ਦਾ ਕੰਮ ਅਸੀਂ ਕਰਨਾ ਹੈ। ਐਕਸਪੋਰਟ ਦਾ ਕੰਮ ਕਰਨ ਤੋਂ ਪਹਿਲਾਂ ਸਾਡੇ ਕੋਲ ਇੱਕ ਬਿਜ਼ਨਸ ਯੂਨਿਟ ਹੋਣਾ ਚਾਹੀਦਾ ਹੈ, ਕੋਈ ਸਾਡੀ ਸੰਸਥਾ ਹੋਣੀ ਚਾਹੀਦੀ ਹੈ। ਅਸੀਂ ਇਸੇ ਬਾਰੇ ਹੀ ਅੱਜ ਸਟੱਡੀ ਕਰਨਾ ਹੈ ਕਿ ਅਸੀਂ ਇੱਕ ਸੰਸਥਾ ਦੀ ਸਥਾਪਨਾ ਕਿਵੇਂ ਕਰਨੀ ਹੈ। ਜਦੋਂ ਵੀ ਅਸੀਂ ਐਕਸਪੋਰਟ ਦੇ ਕੰਮ ਬਾਰੇ ਸੋਚਦੇ ਹਾਂ, ਸਭ ਤੋਂ ਪਹਿਲਾਂ ਸਾਡੇ ਕੋਲ ਕੋਈ ਇਹੋ ਜਿਹੀ ਸੰਸਥਾ ਹੋਣੀ ਚਾਹੀਦੀ ਹੈ ਜਿਹਦੇ ਰਾਹੀਂ ਆਪਣਾ ਸਮਾਨ ਅਸੀਂ ਐਕਸਪੋਰਟ ਕਰਦੇ ਹਾਂ। ਠੀਕ ਹੈ, ਸੋ ਇਸ ਟੌਪਿਕ ਨੂੰ ਅਸੀਂ ਦੋ ਪੜਾਅ ਦੇ ਵਿੱਚ ਪੜ੍ਹਦੇ ਹਾਂ। ਪਹਿਲਾ ਦੇਖੋ ਹੈਗਾ ਹੈ, ਇਹ ਪਾਰਟ ਲਿਖਿਆ ਹੈ ਮੈਂ, ਇਸਟੈਬਲਿਸ਼ਮੈਂਟ ਆਫ ਅ ਬਿਜ਼ਨਸ ਫਰਮ, ਯਾਨੀ ਕਿ ਇੱਕ ਵਪਾਰਿਕ ਸੰਸਥਾ ਦੀ ਸਥਾਪਨਾ। ਚਾਹੇ ਕੋਈ ਬਿਜ਼ਨਸ ਐਕਸਪੋਰਟ ਦਾ ਕੰਮ ਕਰਦਾ ਹੈ ਚਾਹੇ ਉਹ ਨਹੀਂ ਕਰਦਾ ਹੈ, ਇੱਕ ਬਿਜ਼ਨਸ ਨੂੰ ਸ਼ੁਰੂ ਕਰਨ ਦੇ ਇਹੀ ਪੜਾਅ ਆ। ਹਮੇਸ਼ਾ ਅਸੀਂ ਇਹਨਾਂ ਪੜਾਵਾਂ ਤੋਂ ਹੋ ਕੇ ਹੀ ਇੱਕ ਬਿਜ਼ਨਸ ਯੂਨਿਟ ਦੀ ਸਥਾਪਨਾ ਕਰਦੇ ਹਾਂ। ਐਕਸਪੋਰਟ ਦੇ ਕੰਮ ਲਈ ਐਡੀਸ਼ਨਲ ਸਾਨੂੰ ਬੀ ਜਿਹੜਾ ਮੈਂ ਲਿਖਿਆ ਹੈ ਸਪੈਸ਼ਲ ਰਜਿਸਟ੍ਰੇਸ਼ਨ ਫॉर ਇੰਪੋਰਟ ਐਂਡ ਐਕਸਪੋਰਟ, ਇਸ ਪੁਆਇੰਟ ਨੂੰ ਫੋਲੋ ਕਰਨਾ ਪੈਂਦਾ ਹੈ ਜੇ ਅਸੀਂ ਸਪੈਸ਼ਲ ਐਕਸਪੋਰਟ ਜਾਂ ਇੰਪੋਰਟ ਦਾ ਕੰਮ ਕਰਨਾ ਹੈ। ਅਦਰਵਾਈਜ਼ ਇੱਕ ਬਿਜ਼ਨਸ ਯੂਨਿਟ ਨੂੰ ਸਟਾਰਟ ਕਰਨ ਲਈ ਪਹਿਲਾ ਸਟੈਪ ਇੱਕ ਵਪਾਰਿਕ ਸੰਸਥਾ ਦੀ ਸਥਾਪਨਾ ਵਾਲਾ, ਇਸ ਦੇ ਰਾਹੀਂ ਹਰ ਇੱਕ ਸੰਸਥਾ ਨੂੰ ਗੁਜ਼ਰਨਾ ਪੈਂਦਾ ਹੈ। ਸੋ ਅਸੀਂ ਇਸ ਨੂੰ 1 by 1 ਸਟੱਡੀ ਕਰਦੇ ਹਾਂ। ਸਭ ਤੋਂ ਪਹਿਲਾਂ ਹੈਗਾ ਹੈ ਇਸਟੈਬਲਿਸ਼ਮੈਂਟ ਆਫ ਅ ਬਿਜ਼ਨਸ ਫਰਮ। ਇੱਕ ਬਿਜ਼ਨਸ ਫਰਮ ਦੀ ਸਥਾਪਨਾ ਵਾਸਤੇ ਸਭ ਤੋਂ ਪਹਿਲੀ ਚੀਜ਼ ਜਿਹੜੀ ਸਾਡੇ ਮਾਈਂਡ ਦੇ ਵਿੱਚ ਆਉਂਦੀ ਹੈ ਜਦੋਂ ਅਸੀਂ ਕਿਸੇ ਬਿਜ਼ਨਸ ਨੂੰ ਸ਼ੁਰੂ ਕਰਨ ਬਾਰੇ ਸੋਚਦੇ ਹਾਂ, ਉਹ ਹੈਗਾ ਹੈ ਉਸ ਦਾ ਨਾਮ। ਜਦੋਂ ਵੀ ਬਿਜ਼ਨਸ ਸ਼ੁਰੂ ਕਰਨਾ ਹੈ, ਸਭ ਤੋਂ ਪਹਿਲਾਂ ਸਾਡੇ ਕੋਲ ਕੋਈ ਰੈਲੇਵੈਂਟ, ਕੋਈ ਇਹੋ ਜਿਹਾ ਨਾਮ ਹੋਣਾ ਚਾਹੀਦਾ ਹੈ ਸਾਡੇ ਮਾਈਂਡ ਦੇ ਵਿੱਚ ਜਿਹੜਾ ਸਾਡੇ ਬਿਜ਼ਨਸ ਨੂੰ ਰਿਪਰੈਜ਼ੈਂਟ ਕਰੇ। ਲਾਈਕ ਇਫ ਵੀ ਵਾਂਟ ਟੂ ਡੂ ਐਕਸਪੋਰਟ, ਅਤੇ ਸਾਡੇ ਨਾਮ ਦੇ ਵਿੱਚ ਇਹ ਚੀਜ਼ ਜ਼ਾਹਿਰ ਹੋਣੀ ਚਾਹੀਦੀ ਹੈ, ਜਿਵੇਂ ਕਿ ਵਰਲਡ ਵਾਈਡ, ਲਾਈਕ ਗਲੋਬਲ, ਇਸ ਤਰੀਕੇ ਦੇ ਸ਼ਬਦ ਜਦੋਂ ਅਸੀਂ ਆਪਣੇ ਨਾਮ ਦੇ ਵਿੱਚ ਪਾਉਂਦੇ ਹਾਂ ਅਤੇ ਹਰ ਇੱਕ ਨੂੰ ਪਤਾ ਲੱਗਦਾ ਕਿ ਹਾਂ ਇਹ ਐਕਸਪੋਰਟ ਦਾ ਕੰਮ ਕਰਦੇ ਹੈਗੇ। ਸੋ ਨੇਮ ਜਿਹੜਾ ਹੈਗਾ ਬਿਜ਼ਨਸ ਦਾ, ਉਹ ਬਹੁਤ ਹੀ ਸੋਚ ਸਮਝ ਕੇ, ਬਹੁਤ ਹੀ ਧਿਆਨ ਦੇ ਨਾਲ ਅਤੇ ਰੈਲੇਵੈਂਟ ਹੋਣਾ ਚਾਹੀਦਾ ਹੈ। ਹੁਣ ਨਾਮ ਰੱਖਣ ਤੋਂ ਬਾਅਦ ਅਗਲਾ ਸਟੈਪ ਕੀ ਆ? ਉਸ ਨਾਮ ਦੀ ਅਪਰੂਵਲ ਲੈਣਾ, ਉਸ ਨਾਮ ਦੀ ਮਨਜ਼ੂਰੀ ਲੈਣਾ। ਵੇਖੋ ਇਹ ਵੀ ਇੱਕ ਬਹੁਤ ਹੀ ਕਹਿ ਲਓ ਕਿ ਤੁਸੀਂ ਇੰਪੋਰਟੈਂਟ ਪੁਆਇੰਟ ਹੈਗਾ ਹੈ। ਨਾਮ ਅਸੀਂ ਰੱਖ ਲੈਂਦੇ ਹਾਂ ਪਰ ਸਾਨੂੰ ਨਹੀਂ ਪਤਾ ਕਿ ਉਸ ਨਾਮ ਦੀ ਕੰਪਨੀ ਜਾਂ ਉਸ ਨਾਮ ਦਾ ਬਿਜ਼ਨਸ ਯੂਨਿਟ ਕੋਈ ਹੋਰ ਕਿਸੇ ਹੋਰ ਜਗ੍ਹਾ 'ਤੇ ਹੈਗਾ ਵੀ ਹੈ ਕਿ ਨਹੀਂ। ਸੋ ਉਸ ਚੀਜ਼ ਨੂੰ ਚੈੱਕ ਕਰਨ ਲਈ ਜਾਂ ਇਸ ਤਰੀਕੇ ਦੀ ਡਬਲਿੰਗ ਤੋਂ ਬਚਣ ਲਈ ਸਾਨੂੰ ਉਸ ਨੇਮ ਦੀ ਅਪਰੂਵਲ ਲੈਣੀ ਬਹੁਤ ਜ਼ਰੂਰੀ ਹੈਗੀ ਹੈ। ਅਤੇ ਬਿਜ਼ਨਸ ਦਾ ਜਦੋਂ ਨਾਮ ਪੰਜੀਕ੍ਰਿਤ ਹੋ ਜਾਂਦਾ ਹੈ, ਰਜਿਸਟਰ ਹੋ ਜਾਂਦਾ ਹੈ, ਅਤੇ ਫਿਰ ਉਹ ਲੀਗਲੀ ਕਹਿ ਲਓ ਕਿ ਆਪਣਾ ਬਿਜ਼ਨਸ ਚਲਾ ਸਕਦੇ ਆ। ਤੁਸੀਂ ਵੇਖੋ ਹੁਣ ਇਸ ਚੀਜ਼ ਨੂੰ ਤੁਸੀਂ ਇਸ ਤਰੀਕੇ ਨਾਲ ਲੈ ਲਓ, ਕੋਈ ਬੱਚਾ ਹੈ, ਪੈਦਾ ਹੁੰਦਾ ਹੈ, ਉਸਦਾ ਬਰਥ ਹੁੰਦਾ ਹੈ, ਜਦੋਂ ਉਸਦਾ ਨਾਮ ਰੱਖ ਲੈਂਦੇ ਹਾਂ ਅਸੀਂ। ਠੀਕ ਹੈ, ਨਾਮ ਉਸਦਾ ਕੁਛ ਵੀ ਰੱਖ ਦਿਓ ਤੁਸੀਂ, ਜੋ ਵੀ ਤੁਹਾਡੇ ਮਨ ਨੂੰ ਚੰਗਾ ਲੱਗਦਾ ਤੁਸੀਂ ਨਾਮ ਰੱਖ ਦਿੰਦੇ ਹੋ, ਪਰ ਲੀਗਲੀ ਉਸਦਾ ਕਿਹੜਾ ਨਾਮ ਮੰਨਿਆ ਜਾਂਦਾ ਹੈ? ਜਿਹੜਾ ਉਹਦੇ ਬਰਥ ਸਰਟੀਫਿਕੇਟ 'ਤੇ ਆ ਜਾਂਦਾ ਹੈ। ਸੋ ਸੇਮ ਇਜ਼ ਦ ਕੇਸ ਵਿਦ ਕੰਪਨੀ। ਨਾਮ ਕੰਪਨੀ ਦਾ ਰੱਖਣ ਤੋਂ ਬਾਅਦ ਜਦੋਂ ਤੱਕ ਅਸੀਂ ਉਸਦੀ ਰਜਿਸਟ੍ਰੇਸ਼ਨ ਨਹੀਂ ਕਰਵਾਉਂਦੇ ਅਤੇ ਉਸ ਨੂੰ ਅਸੀਂ ਕੋਈ ਵੀ ਲੀਗਲੀ ਕਹਿ ਲਓ ਕਿ ਕਿਸੇ ਵੀ ਤਰੀਕੇ ਦੇ ਨਾਲ ਇਸਤੇਮਾਲ ਨਹੀਂ ਕਰ ਸਕਦੇ। ਥਰਡ ਚੀਜ਼ ਹੈਗੀ ਜਿਹੜੀ ਸਾਨੂੰ ਅਗਲੀ ਅਸੀਂ ਸੋਚਣੀ ਹੈ ਕਿ ਸਾਡੀ ਕੰਪਨੀ ਕਿਸ ਤਰੀਕੇ ਦੀ ਹੋਊਗੀ, ਸਾਡਾ ਬਿਜ਼ਨਸ ਕਿਸ ਤਰੀਕੇ ਦਾ ਹੋਊਗਾ। ਸੋ 3 ਫਾਰਮਸ ਹੁੰਦੀਆਂ ਓਨਰਸ਼ਿਪ ਦੀਆਂ। ਸਭ ਤੋਂ ਪਹਿਲੀ ਹੈਗੀ ਹੈ ਸੋਲ ਪ੍ਰੋਪਰੀਏਟਰ। ਠੀਕ ਹੈ, ਜਿਸ ਦਾ ਮਤਲਬ ਹੁੰਦਾ ਹੈ ਕਿ ਸਿੰਗਲ ਪਰਸਨ ਬਿਜ਼ਨਸ ਚਲਾਉਂਦਾ ਹੈ। ਸੋਲ ਮੀਨਸ ਸਿੰਗਲ। ਠੀਕ ਹੈ, ਸੋ ਇਕੱਲਾ ਬੰਦਾ ਜਦੋਂ ਆਪਣਾ ਕੋਈ ਬਿਜ਼ਨਸ ਚਲਾਉਣ ਬਾਰੇ ਸੋਚਦਾ, ਦੈਟ ਇਜ਼ ਕਾਲਡ ਸੋਲ ਪ੍ਰੋਪਰੀਏਟਰ। ਤੁਸੀਂ ਇਸਦੀ ਐਗਜ਼ਾਮਪਲ ਲੈ ਲਓ, ਜਿਹੜੀ ਸ਼ੋਪਸ ਹੁੰਦੀਆਂ ਹੈ, ਕੋਈ ਟੇਲਰ ਦੀ ਸ਼ੋਪ ਹੈਗੀ ਹੈ, ਕੋਈ ਕਿਸੇ ਦੀ ਦੁਕਾਨ ਹੈਗੀ ਹੈ, ਕੋਈ ਬਾਰਬਰ ਹੈਗਾ ਹੈ, ਇਸ ਤਰੀਕੇ ਦੇ ਜਿਹੜੇ ਪਰਸਨਸ ਹੈਗੇ ਆ, ਇਹ ਸਭ ਸੋਲ ਪ੍ਰੋਪਰੀਏਟਰ ਹੈਗੇ ਆ, ਇਕੱਲੇ ਬੰਦੇ ਬਿਜ਼ਨਸ ਕਰਦੇ ਆ। ਇਹਨਾਂ ਦੇ ਨਾਲ ਕੋਈ ਨਹੀਂ ਹੁੰਦਾ, ਇਕੱਲਾ ਬੰਦਾ ਹੀ ਪ੍ਰੋਫਿਟ ਸਾਰਾ ਕਮਾਉਂਦਾ ਹੈ। ਕੋਈ ਬਿਜ਼ਨਸ ਨੂੰ ਲੋਸ ਹੁੰਦਾ ਹੈ, ਉਹ ਵੀ ਇਕੱਲੇ ਨੂੰ ਹੀ ਝੱਲਣਾ ਪੈਂਦਾ ਹੈ। ਸੋ ਫਸਟ ਜਿਹੜੀ ਹੈਗੀ ਦੈਟ ਇਜ਼ ਸੋਲ ਪ੍ਰੋਪਰੀਏਟਰ। ਦੂਸਰੀ ਹੈਗੀ ਹੈ ਪਾਰਟਨਰਸ਼ਿਪ। ਕਈ ਵਾਰੀ ਕੀ ਹੁੰਦਾ ਹੈ, ਸਾਨੂੰ ਲੱਗਦਾ ਹੈ ਕਿ ਅਸੀਂ ਇਕੱਲੇ ਇਸ ਚੀਜ਼ ਨੂੰ ਨਹੀਂ ਚਲਾ ਸਕਦੇ, ਜਾਂ ਸਾਡੇ ਕੋਲ ਇੰਨੇ ਫਾਈਨੈਂਸਿਸ ਨਹੀਂ ਹੈਗੇ, ਇੰਨੇ ਪੈਸੇ ਨਹੀਂ ਹੈਗੇ ਕਿ ਅਸੀਂ ਇਕੱਲੇ ਇਸ ਬਿਜ਼ਨਸ ਨੂੰ ਸ਼ੁਰੂ ਕਰ ਸਕੀਏ। ਸੋ ਅਸੀਂ ਕਿਸੇ ਦੀ ਹੈਲਪ ਲੈਂਦੇ ਹਾਂ, 2 ਬੰਦਿਆਂ ਦੀ, 3 ਬੰਦਿਆਂ ਦੀ। ਅਸੀਂ ਮਿਲ ਕੇ ਸੋਚਦੇ ਹਾਂ ਕਿ ਆਓ ਅਸੀਂ ਇਕੱਠੇ ਇਸ ਬਿਜ਼ਨਸ ਨੂੰ ਸ਼ੁਰੂ ਕਰੀਏ। ਦਿਸ ਇਜ਼ ਦ ਸੈਕਿੰਡ ਪਾਰਟ, ਜਿਸਨੂੰ ਅਸੀਂ ਕਹਿੰਦੇ ਹੈਗੇ ਹਾਂ ਪਾਰਟਨਰਸ਼ਿਪ। ਅਤੇ ਤੀਸਰੀ ਜਿਹੜੀ ਟਾਈਪ ਹੈਗੀ ਹੈ ਦੈਟ ਇਜ਼ ਕੰਪਨੀ। ਕੰਪਨੀ ਜਿਹੜੀ ਹੈਗੀ ਹੈ, ਇਟ ਇਜ਼ ਅ ਵੈਰੀ ਬਿਗ ਫਾਰਮ ਆਫ ਆਰਗੇਨਾਈਜੇਸ਼ਨ। ਵੱਡੀ ਫਾਰਮ ਹੁੰਦੀ ਹੈ, ਇਹਦੇ ਵਿੱਚ ਬਹੁਤ ਸਾਰੇ ਲੋਕ ਇਨਵੋਲਵ ਹੁੰਦੇ ਆ। 2 ਤਰ੍ਹਾਂ ਦੀਆਂ ਕੰਪਨੀਜ਼ ਹੁੰਦੀਆਂ। ਪਹਿਲੀ ਹੈਗੀ ਆ ਪ੍ਰਾਈਵੇਟ ਲਿਮਿਟਡ,
दूसरी हैगी है पब्लिक लिमिटेड। प्राइवेट लिमिटेड कंपनी जिहड़ी हैगी है इहदे विच 2 बंदियां तो असीं इस नूं स्टार्ट कर सकते हैं। अपर लिमिट हैगी है 20 पीपल्स की, 2 तो 20 बंदियां दे विच जदों इस कंपनी दे विच लोग मिल के काम करते हैं, दिस इज़ कॉल्ड प्राइवेट लिमिटेड कंपनी। तो पब्लिक लिमिटेड कंपनी जिहड़ी हैगी उहदे विच 7 पीपल स्टार्टिंग जिहड़ी हैगी वो 7 पीपल तो 7 जने शुरू कर सकते हैं। तो इसकी कोई गिनती नहीं है, जिन्ने मर्जी लखां करोड़ों के हिसाब से इस कंपनी के शेयर होल्डर कह लो, इस कंपनी के हिस्सेदार हो सकते हैं। सो ये 3 फॉर्म्स जिहड़ियां हैगियां कह लो कि मलकीयत दीयां 3 किस्मां जिहड़ियां हैगियां वा, इन्हां नूं ध्यान च रखते हुए एक बिजनेसमैन ये सोचता कि उसने किस तरह की फर्म इस्टैबलिश करनी है। वो सोल प्रोपरीएटर रहना चाहता है, वो किसी की पार्टनरशिप दे विच काम करना चाहता है, या वो कोई कंपनी फॉर्म करना चाहता है। वो इन्हां तिन्हां नूं स्टडी करके ते अपने रिसोर्सिस नूं स्टडी करन तो बाद दे विच इन्हां विचों कोई भी फॉर्म जिहड़ी हैगी वो चूज कर सकता है। नैक्सट हैगा है ट्रेड नेम एंड लोगो। जिहड़ा भी ट्रेड उसने करना है, कोई भी काम उसने जिहड़ा भी करना है, उसका लोगो उसनूं बहुत ही ध्यान दे नाल सिलैक्ट करना पैंदा है, क्योंकि जिहड़ा भी लोगो कंपनी का फिक्स हो जाता है फिर हर जगह ते उसे लोगो ना ही उस कंपनी की पहचान की जाती है। जिवें तुसीं एग्जाम्पल देख सकते हो स्क्रीन ते, ICICI बैंक है, टाटा मोटर्स है, या HCL है, एयरटेल है, असीं किते भी ये सिंबल बने वेखते हैं, वी कैन ईजीली रिकोगनाइज कि एक किहड़ी कंपनी का सिंबल है। सो ट्रेड नेम एक बहुत ही इंपॉर्टेंट चीज़ हुंदी है, प्लस ये सानू बाकियां दे नालों अलग करती है। हर एक कंपनी का एक डिफरेंट ट्रेड नेम हुंदा है, तो हर एक कंपनी अपने ट्रेड नेम के अंडर ही ट्रेड करती है। नैक्सट हैगी है लोकेशन ऑफ द फर्म। हुण असीं अपना बिजनेस शुरू कित्थे करना है, किहड़ी जगह ते असीं वो बिजनेस शुरू करना है। मतलब असीं ये वेखांगे कि इहो जी जगह होवे जिथे सानू ग्राहक भी आसानी नाल मिल जाण, प्लस सानू सप्लायर्स जिन्हां तो असीं माल खरीदना है, कच्चा माल लैना है, वो भी सानू आसानी दे नाल मिल जाण, प्लस ट्रांसपोर्टेशन की कोई प्रॉब्लम ना होवे, रस्ते दे विच कोई आन जान की ट्रांसपोर्टेशन फैसिलिटीज़ भी सानू चंगियां मिल जाने। बहुत सारे जिहड़े फैक्टर्स इन्हां नूं ध्यान च रखते हुए असी अपने बिजनेस यूनिट की लोकेशन सिलैक्ट करते हैं। इस तो अगला जिहड़ा चीज़ असी देखनी हुंदी है दैट इज़ अरेंजमेंट ऑफ द इंफ्रास्ट्रक्चर। बुनियादी ढांचा किवें दा होगा, बुनियादी ढांचे दे विच हर चीज़ आ जाती है, फ्रॉम मशीनरी टू बिल्डिंग टू लैंड फर्नीचर, ईच एंड एवरीथिंग कम्स अंडर दिस पॉइंट। असी इंफ्रास्ट्रक्चर दे विच वेखना है कि साडी मशीनरी किस तरीके की होगी, किवें दा प्रोडक्ट असी बनाना चाहते हैं, उहदे नाल रिलेटेड मशीनरी किदां दी होगी, फिर साडे कोल कैपिटल किन्नी हैगी, उसनूं किस तरीके इस्तेमाल करना है, फर्नीचर किवें दा होगा, या वट एवर वी वॉन्ट टू इंस्टॉल इन आवर बिजनेस यूनिट, वो सब चीज़ का जिहड़ा असी अरेंजमेंट है वो इस पॉइंट दे विच देखते हैगे। ठीक है, इस तो बाद फर्स्ट चीज़ साडी कंप्लीट हो गई, असी अपना बिजनेस इस्टैबलिश कर चुके हैं, सारी उसकी लोकेशन वेख ली, इंफ्रास्ट्रक्चर लै आए, सब कुछ शुरू असी कर चुके हैं। हुण असी करना चाहुंदे एक्सपोर्ट का या इंपोर्ट का काम। जे असी एक्सपोर्ट नूं लैके चलते हैं तो एक्सपोर्ट वास्ते सानू एक स्पैशल कह लो कि रजिस्ट्रेशन करवानी पैंदी है, दैट इज़ IEC कोड। एक कोड सानू लैना पैंदा है इंपोर्ट एंड एक्सपोर्ट वास्ते। इस कोड नूं जो असी लैने आ तो साडी रजिस्ट्रेशन हो जाती है, सानू ये सर्टिफिकेट मिल जाता है कि असी एक्सपोर्ट कर सकते हैं। ठीक है, हुण इस कोड नूं अपलाई करन दा प्रोसैस की है, मैं तुहानूं थोड़ा जिहा दिखाण लगी हाँ इहदे विच कि हाउ वी कैन अप्लाई फॉर दिस IEC कोड। IEC कोड करन वास्ते सब तो पहला DGFT की जिहड़ी वैबसाइट हैगी है असी उसनूं ओपन करते हैं। ओपन करन तो बाद तुसीं वेखो लैफ्ट साइड ते उपर सर्विसिस लिखिया होया है। ठीक है, सर्विसिस नूं जदों असीं क्लिक करते हैं तो उस तो बाद दे विच पहले नंबर ते लिखिया है IEC नूं असीं क्लिक करांगे तो उस तो बाद दे विच ओपन हो जाऊगा। उपर वेखो उहदे नाल ही राइट साइड ते है ऑनलाइन IEC एप्लीकेशन। असीं इस एप्लीकेशन ते क्लिक कर दांगे तो यह फॉर्म खुल जू साडे कोल, तुहाडी स्क्रीन ते जिहड़ा फॉर्म हैगा जिहदे विच तुसीं अपना पैन नंबर पाना हैगा है, फिर तुसीं अपने बैंक के सर्टिफिकेट रिक्वायर्ड जो भी हैगे आ वो सारे तुसीं इस फॉर्म नूं मतलब कि फिल करना है। फॉर्म फिल करन तो बाद दे विच बाकी नैसेसरी डिटेल्स पानी, जिवें कि ब्रांच बटन नूं क्लिक करके असीं अपनी ब्रांच फिल करांगे, किहड़ी ब्रांच है साडी, ठीक है, किहड़ा एरिया है, किहड़ा डिस्ट्रिक्ट है, उसी फिल करांगे। डायरैक्टर लिंक ओपन करके अपनी डायरैक्टर्स की डिटेल असीं उहदे विच फीड करांगे। फिर उस तो बाद दे विच असीं एक नैफ्ट दे राहीं इसकी पेमेंट करांगे, क्योंकि ऑनलाइन फॉर्म है, सो वी हैव टू डू द पेमेंट थ्रू नैफ्ट। 250 रुपीज़ जिहड़ी उहदी फीस हैगी है उसनूं पे करन तो बाद दे विच असीं
पे नाउ दी सॉरी पे नाउ ते क्लिक करके जो पे कर देंगे फिर असी उसका प्रिंट आउट निकाल सकते हैं। इस तो अलावा जो दूसरा तरीका हैगा है IEC कोड लैन का, दैट इज़ ऑफलाइन। ऑफलाइन के असी की करांगे, सेम तरीके का असी फॉर्म पहला प्रिंट लै लांगे, प्रिंट लैन तो बाद फॉर्म नू फिल करन तो बाद दे विच असी DGFT के खेतरी दफ्तर विच उस फॉर्म नू जमा करवा देवांगे। सो ये साडा अज दा जिहड़ा टॉपिक सीगा जिसने 2 पॉइंट्स नू कवर किया। पहला कि बिजनेस यूनिट नू इस्टैबलिश करना तो उस तो बाद दे विच IEC कोड लैन एक्सपोर्ट इंपोर्ट वास्ते रजिस्ट्रेशन करवाना। सो अज दे साडे इस टॉपिक विचों 2-3 क्वेश्चन सामने आते हैं। किसी भी तरह का क्वेश्चन तुहाडे एग्जाम च आ सकता है। जिवें पहला वेखो, एक उचित व्यापारिक संस्था की स्थापना किवें कीती जाती है, विस्तारपूर्वक लिखो। इस क्वेश्चन के विच तुसीं सारे जिन्ना भी टॉपिक मैं कवर किया है वो सारा का सारा आंसर ये लिखना है। दूसरा हैगा मलकीयत के आधार पर एक व्यापारिक अदारियां नूं किन्ने भागां विच वंडिया जाता है। जिहड़ी असी फॉर्म ऑफ ओनरशिप पढ़ी सी, 3 पार्ट पढ़े सीगे, सोल प्रोप्रीएटर, पार्टनरशिप, कंपनी। ठीक है, वो एक सैपरेट क्वेश्चन बन सकता है, फुल फ्लैज क्वेश्चन बन सकता है। तो ये जिहड़ा वखरा क्वेश्चन है ये भी तुहाडे एग्जाम दे विच आ सकता है। तो थर्ड जिहड़ा मैं हुण तुहानूं ऑनलाइन फॉर्म फिल करना दस्सिया, IEC कोड अपलाई करन दे पढ़ा लिखो। ये 3 तरह के क्वेश्चन जिहड़े अज दे टॉपिक दे विचों जिहड़े बनते हैगे आ। सो आई होप कि तुहानूं ये टॉपिक समझ लग्या होगा। सो इन द एंड आई वुड लाइक टू से थैंक यू सो मच।